आसा श्री कबीर जियो के दो पदे। एक ओंकार सतगुर प्रसाद। हीरे हीरा बेद पवन मन, सहजे रहा समाई। सगल जोत इन हीरे बेदी, सतगुर बचनी मैं पाई। हर की कथा अनाहद बानी, हंस होए हीरा ले पछानी। रहाओ कह कबीर हीरा अस देखियो, जग में रहा समाई। गुप्ता हीरा प्रगट भयो, जब गुर गम दिया दिखाई। वाहिगुरु जी का खालसा, वाहिगुरु जी की फतेह। परम सत्कारयोग सतगुरां दी साजी निवाजी साध संगत जीओ, गुरु पातशाह दी किरपा दा सदका धन धन श्री गुरु ग्रंथ साहिब जी दी लड़ीवार विचार करदियां असी आसा राग दी भगत बाणी दी विचार कर रहे हैं। ये पावन शब्द जिसका सिरलेख आसा श्री कबीर जियो के दो पद। आसा राग का नाम है श्री कबीर जियो के दो पद। ये जितने सिरलेख हैं ये धन धन गुरु अर्जुन देव सके पातशाह ने बख्शिश की थे। श्री अखर उस महापुरख व्यक्ति ਲਈ ਵਰਤਿਆ ਜਾਂਦਾ ਹੈ ਜਿਸ ਦੇ ਅਰਥ ਨੇ ਸੋਭਾ ਸੰਯੁਕਤ, ਜਿਸ ਨੂੰ ਬਹੁਤ ਵੱਡਾ ਮਾਣ ਸਤਿਕਾਰ ਦੇਣਾ ਹੋਵੇ ਉਹਨੂੰ ਅਸੀਂ ਸ੍ਰੀ ਅੱਖਰ ਨਾਲ ਸੰਬੋਧਨ ਕਰਦੇ, ਜਿਵੇਂ ਸ੍ਰੀਮਾਨ ਜੀ, ਸ੍ਰੀਮਤੀ ਜੀ। ਜੋ ਵਿਅਕਤੀ ਤਾਂ ਉਹਨਾਂ ਦਾ ਹੈ ਉਹ ਤੇ ਹੈ ਹੀ ਹੈ, ਪਰ ਅਸੀਂ ਉਹਨਾਂ ਨੂੰ ਸ੍ਰੀਮਾਨ ਜੀ ਕਹਿ ਕੇ, ਸ੍ਰੀਮਤੀ ਜੀ ਕਹਿ ਕੇ ਹੋਰ ਸਤਿਕਾਰ ਵਧਾਉਂਦੇ ਹਾਂ। ਫਿਰ ਜਦੋਂ ਜੀਓ ਕੇ ਕਿਹਾ ਜਾਂਦਾ ਇਹ ਉਸ ਤੋਂ ਵੀ ਵੱਧ ਆਦਰ ਵਾਲੀ ਗੱਲ। ਦੋ ਪਦੇ ਇਹ ਜਿਹੜਾ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਸਮਨ ਕੀਤਾ, ਰਹਾਉ ਦੀ ਪੰਕਤੀ ਨੂੰ ਛੱਡ ਕੇ ਇਸ ਤੇ ਦੋ ਪਦੇ। ਤੋ ਇਹਨੂੰ ਪਾਠ ਕਰਦੇ ਸਮੇਂ ਤਿੰਨ ਹਿੱਸਿਆਂ ਵਿੱਚ ਵੰਡਣਾ ਹੈ। ਆਸਾ श्री कबीर जियो के दो पदे। अगे है मंगलाचर। एक ओंकार सतगुर प्रसाद। वो परमात्मा एक है, सर्व शक्तिवान है, सर्व व्यापक है और सच्चे गुरु की कृपा द्वारा उसकी सोझी प्राप्त हो। ਹੁਣ ਇਹ ਦੋ ਪਦਿਆਂ ਦਾ ਜਿਹੜਾ ਸ਼ਬਦ ਹੈ, ਇਸ ਦੀ ਰਹਾਉ ਦੀ ਪੰਕਤੀ ਅੰਦਰ ਭਗਤ ਕਬੀਰ ਜੀ ਜਿਨ੍ਹਾਂ ਨੂੰ ਇਹ ਸੋਝੀ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦੀ ਹਸਤੀ ਦਾ ਗਿਆਨ ਹੋ ਗਿਆ ਤੇ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਤੇ ਇਹ ਕਿਰਪਾ ਕੀਤੀ ਹੈ ਕਿ ਅਨੁਭਵ ਦੱਸਿਆ, ਉਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਹਨ। ਹਰ ਕੀ ਕਥਾ ਅਨਾਹਦ ਬਾਨੀ। ਜਿਹੜੀ ਉਸ ਸਰਵ ਸ਼ਕਤੀਵਾਨ ਪਰਮਾਤਮਾ ਦੀ ਕਥਾ ਹੈ ਇਹ ਅਨਾਹਤ। ਅਨਾਹਤ ਦੇ ਅਖਰੀ ਅਰਥ ਨੇ ਅਨਹਦ, ਲਿਮਿਟਲੈਸ, endless,
जो एक रस चलती है। कोई दावा नहीं कर सकता कि मैं जो कह देता है इस तो अगे कुछ नहीं, ये अनाहत है। कई लोगों ने इस अनाहत शब्द ਨੂੰ ਭੋਲੇ ਭਾਲੇ ਜਗਿਆਸੂਆਂ ਨੂੰ ਸਮਝਾਉਣ ਦੀ ਬਜਾਏ ਉਲਝਾਉਣ ਦਾ ਵੀ ਯਤਨ ਕੀਤਾ, ਪਰ ਨਹੀਂ। ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਾਂਗੇ, ਇਸੇ ਲਈ ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਕਬੀਰ ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ, ਜਿਉ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਗੁਰੂ ਦੀ ਸੰਗਤ ਕਰਦਿਆਂ, ਬਾਣੀ ਦਾ ਪਾਠ ਕਰਦਿਆਂ ਗੁਰੂ ਆਪ ਹੀ ਆਪਣੀ ਕਿਰਪਾ ਵਰਤਾ ਦਿੰਦਾ ਕਿ ਉਹੀ ਹਿਰਦਾ ਰੂਪੀ ਜ਼ਮੀਨ ਜਿਹੜੀ ਪਹਿਲਾਂ ਬੰਜਰ ਸੀ, ਫਿਰ ਉਹ ਉਪਜਾਊ ਬਣ ਜਾਂਦੀ, ਅਤੇ ਜਦੋਂ ਉਪਜਾਊ ਬਣਦੀ ਉਹਦੇ ਵਿੱਚ ਫਿਰ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਪੈਦਾ ਹੁੰਦੀਆਂ। ਸੱਚਮੁੱਚ ਇਸੇ ਤਰ੍ਹਾਂ ਸਾਡਾ ਹਿਰਦਾ ਵੀ ਇੱਕ ਖੇਤ, ਇਸ ਨੂੰ ਜਦੋਂ ਸਤ ਸੰਗਤ ਵਿੱਚ ਮਿਲਦੇ ਤਥਾ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਇਹ ਗੱਲਾਂ ਸਮਝ ਵਿੱਚ ਆਉਂਦੀਆਂ। ਤੋ ਭਗਤ ਕਬੀਰ ਜੀ ਕਹਿ ਰਹੇ ਨੇ, ਹਰ ਕੀ ਕਥਾ ਅਨਾਹਦ ਬਾਨੀ। ਇਹ ਜਿਹੜੀ ਹਰੀ ਦੀ ਕਥਾ ਹੈ, ਇਹ ਅਨਾਹਦ ਬਾਨੀ, ਇਹਦੀ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ, ਕੋਈ ਐਂਡ ਨਹੀਂ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ 'ਚ ਫਰਮਾਇਆ, ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟਿ ਕੋਟ ਕੋਟ। ਆਖਿਆ ਇਸ ਨੂੰ ਬਿਆਨ ਕਰਨ ਦੇ ਨਾਲ ਕੋਈ ਉਹਦੀ ਹਸਤੀ ਵਿੱਚ ਕਮੀ ਨਹੀਂ ਆਉਂਦੀ, ਅਤੇ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਇਸ ਨੂੰ ਮੁਕੰਮਲ ਤੌਰ 'ਤੇ ਬਿਆਨ ਕਰ ਦਿੱਤਾ। ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੈ ਪਛਾਨੀ। ਹੁਣ ਸ਼ਬਦ ਹੰਸ, ਹੰਸ ਇੱਕ ਪੰਛੀ ਦਾ ਨਾਮ ਹੈ। ਬਾਣੀ ਵਿੱਚ ਇਸ ਦਾ ਬਹੁਤ ਜ਼ਿਕਰ ਕੀਤਾ। ਹੰਸ ਦੀ ਕੀ ਵਡਿਆਈ ਹੈ? ਕਹਿੰਦੇ ਨੇ ਹੰਸ ਮੋਤੀ ਚੁਗਦਾ। ਜਿਵੇਂ ਹੰਸ ਦਾ ਰੰਗ ਚਿੱਟਾ ਹੁੰਦਾ, ਇਵੇਂ ਬਗਲੇ ਦਾ ਰੰਗ ਵੀ ਚਿੱਟਾ ਹੁੰਦਾ। ਕਈ ਵਾਰੀ ਨਕਲੀ ਤੇ ਅਸਲੀ ਦਾ ਭੁਲੇਖਾ ਵੀ ਲੱਗ ਜਾਂਦਾ, ਪਰ ਗੁਰਬਾਣੀ ਵਿੱਚ ਸੇਧ ਦਿੱਤੀ, ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਲਓ, ਇਹ ਫਰਕ ਪੈ ਗਿਆ। ਹੰਸ ਦਾ ਰੰਗ ਵੀ ਚਿੱਟਾ ਹੈ, ਬਗਲੇ ਦਾ ਰੰਗ ਵੀ ਚਿੱਟਾ, ਪਰ ਜਿਹੜਾ ਹੰਸ ਹੈ ਉਹਦੇ ਵਿੱਚ ਇਹ ਵਿਲੱਖਣਤਾ ਹੈ ਕਿ ਉਹ ਹੀਰੇ ਦੀ ਪਛਾਣ ਕਰ ਲੈਂਦਾ, ਕਿਉਂਕਿ ਉਹ ਹੀਰੇ ਤੋਂ ਬਿਨਾਂ ਹੋਰ ਕੁਝ ਚੁਗਦਾ ਹੀ। ਬਹੁਤ ਕੁਝ ਹੰਸ ਬਾਰੇ ਪੜ੍ਹਿਆ। ਕਹਿੰਦੇ ਨੇ ਕੁਦਰਤ ਵੱਲੋਂ ਉਸ ਦੀ ਜਿਹੜੀ ਚੁੰਝ ਹੈ, ਉਹਦੇ ਅੱਗੇ ਖਟਾਸ ਲੱਗੀ ਹੁੰਦੀ। ਉਹਦੇ ਸਾਹਮਣੇ ਤੁਸੀਂ ਦੁੱਧ ਰੱਖਦੇ ਹੋ, ਉਹ ਚੁੰਝ ਲਾਏਗਾ, ਦੁੱਧ ਵੱਖਰਾ ਹੋ ਜਾਏਗਾ, ਪਾਣੀ ਵੱਖਰਾ ਹੋ ਜਾਏਗਾ। ਤੋ ਇੱਥੇ ਅਸੀਂ ਲਵਾਂਗੇ ਜਿਸ ਜੀਵ ਦੀ ਬਿਰਤੀ ਹੰਸਾਂ ਵਰਗੀ, ਉਹ ਫਿਰ ਨਬੇੜਾ ਕਰ ਲੈਂਦਾ, ਨਖੇੜਾ ਕਰ ਲੈਂਦਾ। ਇਸ ਨੂੰ ਗੁਰਬਾਣੀ ਵਿੱਚ ਵਿਵੇਕ ਬੁੱਧੀ ਵੀ ਕਿਹਾ ਹੈ। ਤੋ ਇਸ ਪਰਮਾਤਮਾ ਦੀ ਕਥਾ ਨੂੰ ਸਮਝਣ ਵਾਸਤੇ ਹੰਸ ਬਿਰਤੀ ਬਣਾਉਣੀ ਪਵੇ। ਜੇ ਅਸੀਂ ਬਗਲਿਆਂ ਵਾਂਗੂ ਦਿਖਾਵਾ ਤੇ ਕਰਦੇ ਰਹੇ ਕਿ ਅਸੀਂ ਬੜੇ ਭਗਤ ਹਾਂ, ਭਗਤ ਜੀ ਨੇ ਹਰ ਗੱਲ ਖੋਲੀ। ਆਖਿਆ ਲੋਕ ਕੀ ਕਰ ਰਹੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ।
ਲੋਕ ਹੱਥ ਵਿੱਚ ਮਾਲਾ ਫੜ ਲੈਂਦੇ ਨੇ, ਗਲ ਵਿੱਚ ਮਾਲਾ ਪਾ ਲੈਂਦੇ ਨੇ, ਮੱਥੇ ਤੇ ਤਿਲਕ ਲਾ ਲੈਂਦੇ ਨੇ, ਜ਼ਾਹਰ ਕਰ ਰਹੇ ਨੇ ਕਿ ਅਸੀਂ ਪਰਮਾਤਮਾ ਦੇ ਭਗਤ ਹਾਂ। ਪਰ ਜਦੋਂ ਪ੍ਰੈਕਟੀਕਲ ਵਿੱਚ ਦੇਖਿਆ ਜਾਏ ਤੇ ਉਸ ਤੇ ਬਿਲਕੁਲ ਉਲਟ ਹੁੰਦਾ। ਇਸ ਲਈ ਭਗਤ ਕਬੀਰ ਜੀ ਨੇ ਇਹ ਰਹਾਉ ਦੀ ਪੰਕਤੀ ਵਿੱਚ ਜਿਹੜਾ ਸਵਾਲ ਪੈਦਾ ਕੀਤਾ, ਇਹਨੂੰ ਸਮਝਣ ਲਈ ਬੜੇ ਧੀਰਜ ਨਾਲ ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੈ ਪਛਾਨੀ। ਪਹਿਲਾਂ ਹੰਸ ਬਣਨਾ ਪਵੇ, ਹੰਸ ਵਰਗੀ ਬਿਰਤੀ ਬਣਾਉਣੀ ਪਵੇ। ਤੋ ਭਗਤ ਜੀ ਕਹਿੰਦੇ ਨੇ, ਪਿਆਰਿਓ, ਹਰ ਕੀ ਕਥਾ ਅਨਾਹਦ ਬਾਨੀ, ਜਿਹੜੀ ਹਰੀ ਦੀ ਕਥਾ ਹੈ, ਜਿਹੜੀ ਹਰੀ ਦੀ ਸਿਫਤ ਸਲਾਹ ਹੈ, ਜਿਹੜੀ ਹਰੀ ਦੀ ਵਡਿਆਈ ਹੈ, ਇਹ ਅਨਾਹਦ ਹੈ। ਇਹਦੀ ਕੋਈ ਹੱਦ ਨਹੀਂ, ਇਹਦੀ ਕੋਈ ਸੀਮਾ ਨਹੀਂ। ਕੋਈ ਕਹੇ ਜਿਸ ਨੂੰ ਮੈਂ ਸ਼ਬਦਾਂ ਵਿੱਚ, ਅੱਖਰਾਂ ਵਿੱਚ ਬਿਆਨ ਕਰਦਿਆਂ ਨਹੀਂ ਕਰ ਸਕਦਾ। ਇਹਦੇ ਵਾਸਤੇ ਤੇ ਹੰਸ ਬਿਰਤੀ ਬਣਾਉਣੀ ਪਵੇ। ਹੰਸ ਹੋਏ ਹੀਰਾ ਲੈ ਪਛਾਨੀ। ਇਹ ਡੱਡੂਆਂ ਦਾ ਕੰਮ ਨਹੀਂ ਹੈਗਾ, ਡੱਡੂਆਂ ਦੇ ਵੱਸ ਦੀ ਗੱਲ ਨਹੀਂ ਹੈ। ਹੁਣ ਅਸੀਂ ਆਪਣੇ ਆਪ ਤੇ ਵੀ ਵਿਚਾਰ ਕਰ ਸਕਦੇ ਹਾਂ ਕਿ ਅਸੀਂ ਕਿਹੜੀ ਬਿਰਤੀ ਨਾ ਕਰ ਰਹੇ। ਫਿਰ ਭਗਤ ਜੀ ਕਹਿੰਦੇ ਨੇ, ਹੀਰਾ ਬੇਦ। ਹੁਣ ਬੇਦ ਦੇ ਧੱਦੇ ਨੂੰ ਸਿਆਰੀ ਹੈ। ਬੇਦ ਦੇ ਅਖਰੀ ਅਰਥ ਨੇ ਵਿੰਨਣਾ, ਹੀਰੇ ਵਿੱਚ ਮੋਰੀ ਕਰਨੀ। ਜਿਵੇਂ ਮਾਲਾ ਪਰੋਣੀ ਹੋਵੇ ਤੇ ਫੁੱਲਾਂ ਵਿੱਚੋਂ ਸੂਈ ਲੰਘਾਉਣੀ ਪੈਂਦੀ, ਇਸੇ ਤਰ੍ਹਾਂ ਸਾਡਾ ਮਨ ਵੀ ਹੀਰਾ ਹੈ, ਕਿਉਂਕਿ ਪਰਮਾਤਮਾ ਦੀ ਅੰਸ਼ ਹੈ। ਤੇ ਪਰਮਾਤਮਾ ਰੂਪੀ ਹੀਰੇ ਨਾਲ ਹੀ ਇਸ ਨੂੰ ਬਿਨਿਆ ਜਾ ਸਕਦਾ। ਹਰ ਹਰ ਹੀਰਾ ਰਤਨ ਹੈ, ਮੇਰਾ ਮਨ ਤਨ ਵਿਦਾ। ਇਹ ਐਸੀ ਮਿਸਾਲ ਹੈ ਕਿ ਆ ਕਹਿੰਦੇ ਨੇ, ਜਦੋਂ ਸ਼ੀਸ਼ੇ ਨੂੰ ਕੱਟਦੇ ਨੇ ਤੇ ਉਹ ਜਿਹੜਾ ਕਟਰ ਹੁੰਦਾ, ਜਿਹੜੀ ਕਲਮ ਹੁੰਦੀ ਹੈ, ਉਹਦੇ ਐਨ ਸੈਂਟਰ ਵਿੱਚ ਇੱਕ ਹੀਰੇ ਦੀ ਕਣੀ ਲੱਗੀ ਹੁੰਦੀ। ਜੇ ਉਹ ਕਣੀ ਨਾ ਲੱਗੀ ਹੋਵੇ ਤਾਂ ਸ਼ੀਸ਼ੇ ਨੂੰ ਕੱਟਣਾ, ਹੀਰੇ ਨੂੰ ਕੱਟਣਾ ਮੁਸ਼ਕਲ ਹੈ। ਜੇ ਕੋਈ ਐਰਨ ਤੇ ਰੱਖ ਕੇ ਥੌੜੇ ਦੇ ਨਾਲ ਉਸ ਹੀਰੇ ਨੂੰ ਤੋੜਨਾ ਚਾਹੇ, ਕਹਿੰਦੇ ਉਹ ਟੁੱਟਦਾ ਨਹੀਂ। ਉਹ ਐਰਨ ਵਿੱਚ ਖੁੱਭ ਜਾਏਗਾ, ਥੌੜੇ ਵਿੱਚ ਖੁੱਭ ਜਾਏਗਾ। ਇਹ ਤਾਂ ਹੀਰੇ ਨੂੰ ਹੀਰਾ ਹੀ ਕੱਟ ਸਕਦਾ। ਆਖਿਆ ਸਾਡਾ ਮਨ ਵੀ ਹੀਰਾ ਹੈ, ਕਿਉਂਕਿ ਇਹਦੇ 'ਚ ਪਰਮਾਤਮਾ ਦੀ ਜੋਤ ਹੈ ਤੇ ਪਰਮਾਤਮਾ ਤੇ ਹੈ ਹੀ ਹੀਰਾ ਹੈ। ਜਦੋਂ ਕੋਈ ਸਤ ਸੰਗਤ ਵਿੱਚ ਆ ਕੇ ਸਿਮਰਨ ਕਰਕੇ, ਬਾਣੀ ਦੀ ਵਿਚਾਰ ਕਰਕੇ, ਹੀਰਾ ਬੇਦ। ਹੁਣ ਪਹਿਲਾ ਹੀਰਾ ਜਿਹੜਾ ਆਤਮਾ ਰੂਪੀ ਹੀਰਾ, ਦੂਜਾ ਹੀਰਾ ਪਰਮਾਤਮਾ ਰੂਪੀ ਹੀਰਾ। ਜਦੋਂ ਇਹ ਜੀਵ ਆਤਮਾ ਰੂਪ ਹੀਰੇ ਨੇ ਸਤ ਸੰਗਤ ਵਿੱਚ ਆ ਕੇ ਬਾਣੀ ਦੀ ਵਿਚਾਰ ਕਰਕੇ ਉਸ ਪਰਮਾਤਮਾ ਰੂਪੀ ਹੀਰੇ ਨਾਲ ਜੁੜਨਾ ਕੀਤਾ, ਹੀਰਾ ਬੇਦ ਪਵਨ ਮਨ। ਤੇ ਇਹ ਜਿਹੜਾ ਮਨ ਹਵਾ ਵਰਗਾ ਚੰਚਲ ਹੈ, ਜਿਹੜਾ ਹਰ ਵੇਲੇ ਉੜਦਾ ਰਹਿੰਦਾ। ਕਿਸੇ ਵਿਦਵਾਨ ਨੇ ਠੀਕ ਕਿਹਾ ਕਿ ਚੱਲ ਦਲ ਪਤਰ ਪਤਾਕ ਪਟ, ਦਾਮਨੀ ਕਛੁਪ ਮਾਥ, ਭੂਤ ਦੀਪ ਦੀਪਕ ਸ਼੍ਰਿਖਾ, ਯਉ ਮਨ ਬ੍ਰਿਤੀ ਅਨਾਥ।
ਹੁਣ ਇਹਨਾਂ ਪੰਗਤੀਆਂ ਵਿੱਚ ਜੋ ਮਿਸਾਲਾਂ ਦਿੱਤੀਆਂ ਕਈਆਂ ਨੂੰ ਸਮਝ ਆਉਣਗੀਆਂ, ਕਈਆਂ ਨੂੰ ਨਹੀਂ ਸਮਝ ਆਉਣਗੀਆਂ। ਇਹਦੇ ਵਿੱਚ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਹਰ ਵੇਲੇ ਹਿਲਦੀਆਂ ਰਹਿੰਦੀਆਂ, ਜਿਵੇਂ ਚੱਲ ਦਲ ਪਿੱਪਲ ਨੂੰ ਕਹਿੰਦੇ, ਪਿੱਪਲ ਦਾ ਪੱਤਾ, ਪਤਾਕ ਪੱਟ ਝੰਡੇ ਦਾ ਕੱਪੜਾ, ਔਰ ਚੱਲਦਲ ਪੱਤਰ ਪਤਾਕ ਪੱਟ, ਫਿਰ ਕੱਛੂ ਕੁੰਮੇ ਦੀ ਸਿਰੀ, ਭੂਤਾਂ ਦੀ ਅੱਗ, ਆਸਮਾਨ ਵਿੱਚ ਬਿਜਲੀ, ਦੀਵੇ ਦੀ ਲਾਟ। ਇਹ ਚੀਜ਼ਾਂ ਟਿਕਦੀਆਂ ਨਹੀਂ ਹੈ, ਔਰ ਇਹ ਜਦੋਂ ਤੀਕਰ ਟਿਕਦੀਆਂ ਨਹੀਂ ਇਹ ਹੀਰਾ ਬਣ ਨਹੀਂ ਸਕਦਾ। ਤੋ ਆਖਿਆ ਇਹ ਤੇ ਬਣ ਹੀ ਤਾਂ ਸਕੇਗਾ ਜਿਸ ਦਿਨ ਇਹ ਜੀਵ ਆਤਮਾ ਰੂਪੀ ਹੀਰਾ ਪਰਮਾਤਮਾ ਰੂਪੀ ਹੀਰੇ ਨਾਲ ਜੁੜੇ। ਹੀਰਾ ਬੇਦ ਪਵਨ ਮਨ, ਇਹ ਚੰਚਲ ਮਨ ਹਵਾ ਵਰਗਾ ਮਨ ਸਹਿਜੇ ਰਿਹਾ ਸਮਾਈ। ਸਹਿਜੇ ਦਾ ਮਤਲਬ ਹੈ ਅਡੋਲਤਾ ਦੀ ਅਵਸਥਾ ਵਿੱਚ ਟਿਕ ਜਾਏ, ਭਾਵ ਸਿਮਰਨ ਦੀ ਬਰਕਤ ਨਾਲ ਇਹ ਗੱਲ ਬਣ ਜਾਏ। ਹੀਰਾ ਬੇਦ ਪਵਨ ਮਨ ਸਹਿਜੇ ਰਿਹਾ ਸਮਾਈ, ਸਗਲ ਜੋਤ ਇਨ ਹੀਰੇ ਬੇਦੀ, ਸਤਿਗੁਰ ਬਚਨੀ ਮੈਂ ਪਾਈ। ਸਗਲ ਜੋਤ, ਇਹ ਜਿੰਨੀਆਂ ਚੀਜ਼ਾਂ ਪ੍ਰਕਾਸ਼ਮਾਨ ਨਜ਼ਰ ਆਉਂਦੀਆਂ, ਚਾਹੇ ਉਹ ਸੂਰਜ ਹੈ, ਚਾਹੇ ਉਹ ਚੰਦਰਮਾ ਹੈ, ਚਾਹੇ ਉਹ ਤਾਰੇ ਨੇ, ਚਾਹੇ ਸਾਰੇ ਜੀਵ ਜੰਤ, ਇਹ ਸਭ ਉਸ ਪਰਮਾਤਮਾ ਰੂਪੀ ਹੀਰੇ ਦੇ ਨਾਲ ਜੁੜੀਆਂ। ਸਗਲ ਜੋਤ ਇਨ ਹੀਰੇ ਬੇਦੀ, ਸਤਿਗੁਰ ਬਚਨੀ ਮੈਂ ਪਾਈ। ਇਹ ਸੋਝੀ ਗੁਰੂ ਦੇ ਬਚਨਾਂ ਦੁਆਰਾ ਮੈਨੂੰ ਪ੍ਰਾਪਤ ਹੋਈ। ਜਦੋਂ ਇਹ ਅਵਸਥਾ ਬਣ ਗਈ ਫਿਰ ਸਮਝ ਆਈ, ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੈ ਪਛਾਨੀ। ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮੈਂ ਰਹਾ ਸਮਾਈ। ਕਬੀਰ ਜੀ ਕਹਿੰਦੇ ਨੇ, ਮੈਂ ਗੁਰੂ ਦੀ ਕਿਰਪਾ ਨਾਲ ਇਹੋ ਜਿਹੇ ਹੀਰੇ ਨੂੰ ਦੇਖ ਲਿਆ, ਇਸ ਹੀਰੇ ਦੇ ਦਰਸ਼ਨ ਕਰ ਲਏ। ਤੇ ਜਦੋਂ ਮੈਂ ਆਪਣੇ ਅੰਦਰ ਇਸ ਹੀਰੇ ਨੂੰ ਦੇਖਿਆ, ਫਿਰ ਬਾਹਰ ਦੇਖਿਆ, ਤਾਂ ਮੈਨੂੰ ਸਮਝ ਆਈ ਕਿ ਜਿਹੜਾ ਹੀਰਾ ਰੂਪ ਪਰਮਾਤਮਾ ਮੇਰੇ ਅੰਦਰ ਹੈ ਉਹੀ ਸਾਰੇ ਜਗਤ ਅੰਦਰ। ਜਿਵੇਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਬੜੀ ਕਿਰਪਾ ਕੀਤੀ, ਉਹਨਾਂ ਨੇ ਫਰਮਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਦੇਖਿਆ, ਕੁਝ ਲੋਕ ਬੜੀਆਂ ਉਕਤੀਆਂ ਜੁਗਤੀਆਂ ਨਾਲ ਕਹਿਣਗੇ ਜੀ ਫਿਰ ਨਜ਼ਰ ਤੇ ਆਉਂਦਾ ਨਹੀਂ। ਮਹਾਰਾਜ ਨੇ ਉਹ ਗੁੰਝਲ ਵੀ ਖੋਲੀ, ਆਖਿਆ ਪੋਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਕਹਿ ਕਬੀਰ ਹੀਰਾ ਅਸ ਦੇਖਿਓ। ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਇਹੋ ਜਿਹੇ ਹੀਰੇ ਨੂੰ ਆਪਣੇ ਅੰਦਰ ਵੇਖ ਲਿਆ ਕਿ ਉਹ ਹੀਰਾ ਤੇ ਮੇਰੇ ਅੰਦਰ ਹੈ, ਉਹ ਜੋਤ ਤਾਂ ਮੇਰੇ ਅੰਦਰ ਹੈ, ਫਿਰ ਬਾਹਰ ਦੇਖਿਆ, ਜਗ ਮੈਂ ਰਹਾ ਸਮਾਈ। ਉਹੀ ਜੋਤ ਸਾਰਿਆਂ ਵਿੱਚ। ਇਹੀ ਗੱਲ ਬਾਬਾ ਨਾਨਕ ਜੀ ਨੇ ਫਰਮਾਈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਲਓ ਹੁਣ ਭਗਤ ਜੀ ਨਿਚੋੜ ਕਰਦੇ, ਕਹਿੰਦੇ ਗੁਪਤਾ ਹੀਰਾ ਪ੍ਰਗਟ ਭਇਓ,
जब घुर गम दिया दिखाई। है हीरा मेरे अंदर भी, है हीरा तुहाडे अंदर भी, पर गुप्त है। प्रगट भयो, प्रगट भयो का मतलब प्रकाश हो जाना, उस नाल सांझ बननी, उस जोत की चमक देख लैनी। पर कदों, जब गुर गम दिया दिखाई, जदों वो गुरु जिसकी गमता है, रोज पढ़ते हैं। सतपुरख जिन जानिया, सतगुर तिसका नाउ, तिसकै संग सिख उधरे, नानक हर गुण गाओ। भाई गुरु जिसने आप परमात्मा की जोत देखी है, वो फिर अपने सेवकां नूं, शरधालुआं नूं दिखा देंदा है। वाहिगुरू जी का खालसा, वाहिगुरू जी की फतेह।